ਅੱਛਾ ਜੀ, ਸਭ ਤੋਂ ਪਹਿਲੇ ਤੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜੇ ਇਨਸਾਨ ਆ, ਸਾਇੰਸੀ ਤੌਰ ਤੇ ਅਸੀਂ ਕਿਸ ਚੀਜ਼ ਦੇ ਬਣੇ ਹੋਏ ਹਾਂ। ਤੇ ਸਾਇੰਸ ਕਹਿੰਦੀ ਹੈ ਕਿ ਅਸੀਂ ਸਾਰੇ ਜਿਹੜੇ ਖੁਲੀਆਤ ਤੋਂ ਸੈਲਸ ਤੋਂ ਮਿਲ ਕੇ ਬਣੇ ਆ। ਖੁਲੀਆ ਮਤਲਬ ਛੋਟੀ ਤੋਂ ਛੋਟੀ ਜਿਹੜੀ ਇਕਾਈ ਹੈ, ਜਿਵੇਂ ਦੀਵਾਰ ਹੈ, ਦੀਵਾਰ ਇੱਟਾਂ ਨਾਲ ਮਿਲ ਕੇ ਬਣੀ ਹੈ, ਤੇ ਇਹ ਸਮਝ ਲਓ ਕਿ ਇਹਦੀ ਜਿਹੜੀ ਬੁਨਿਆਦੀ ਇਕਾਈ ਹੈ ਉਹ ਇੱਟ ਹੈ। ਇਸੇ ਤਰ੍ਹਾਂ ਇਨਸਾਨੀ ਜਿਹੜਾ ਜਿਸਮ ਹੈ, ਇਹ ਜਾਨਦਾਰ ਦਾ ਜਿਹੜਾ ਜਿਸਮ ਹੈ, ਉਹ ਜਿਨ੍ਹਾਂ ਚੀਜ਼ਾਂ ਤੋਂ, ਜਿਨ੍ਹਾਂ ਇੱਟਾਂ ਤੋਂ ਮਿਲ ਕੇ ਬਣਿਆ ਉਹਨੂੰ ਖੁਲੀਆ ਆਖਦੇ ਨੇ, ਸੈੱਲ ਆਖਦੇ ਨੇ ਇੱਕ। ਅੱਛਾ, ਇਹ ਜਿਹੜਾ ਖੁਲੀਆ ਹੁੰਦਾ, ਇੱਕ ਸੈੱਲ ਹੁੰਦਾ, ਬਹੁਤ ਛੋਟਾ ਹੁੰਦਾ, ਜਿਹੜਾ ਅੱਖ ਤੋਂ ਨਜ਼ਰ ਵੀ ਨਹੀਂ ਆਉਂਦਾ। ਉਸਦੇ ਵਾਸਤੇ ਖੁਰਦਬੀਨ ਨਾਲ ਉਸ ਨੂੰ ਦੇਖਿਆ ਜਾਂਦਾ ਹੈ। ਉਹਦੇ ਵਿੱਚ ਜਿਹੜਾ ਹੈ ਕੁਦਰਤ ਨੇ 3 ਅਰਬ ਕੀਮਿਆਈ ਮਾਦੇ, ਨਿਊਕਲੀਆਈ ਐਸਿਡਸ ਜਿਹੜੇ ਨੇ ਉਹਦੇ ਵਿੱਚ ਰੱਖੇ ਨੇ, ਔਰ ਉਹਨਾਂ ਮਾਦਿਆਂ ਦੀ ਜਿਹੜੀ ਤਰਤੀਬ ਹੈ ਉਹ ਵੀ ਕਮ ਜ਼ਿਆਦਾ ਹੈ। ਔਰ ਉਸ ਤਰਤੀਬ ਨੂੰ ਪਤਾ ਲਗਾਉਣ ਵਾਸਤੇ ਇੱਕ ਮਸ਼ੀਨ ਦਾ ਇਸਤੇਮਾਲ ਹੁੰਦਾ ਹੈ, ਇੱਕ ਲੈਬ ਦਾ ਇਸਤੇਮਾਲ ਹੁੰਦਾ ਹੈ, ਔਰ ਉਸ ਟੈਸਟ ਨੂੰ DNA ਟੈਸਟ ਵੀ ਆਖਿਆ ਜਾਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਫਲਾਣੇ ਮਾਦੇ ਦੀ, ਫਲਾਣੇ ਤੇਜ਼ਾਬ ਦੀ ਇਤਨੀ ਮਿਕਦਾਰ ਹੈ। ਇਸੇ ਤਰ੍ਹਾਂ ਉਹਦੇ ਅਬਾਉ ਅਜਦਾਦ ਦਾ ਵੀ ਪਤਾ ਲੱਗ ਜਾਂਦਾ, ਕਿਉਂਕਿ DNA ਇੱਕ ਹੀ ਆ ਰਿਹਾ ਹੁੰਦਾ ਹੈ। DNA ਦੇ ਵਿੱਚ ਬਿਮਾਰੀਆਂ ਵੀ ਪਤਾ ਲੱਗ ਜਾਂਦਾ ਹੈ। DNA ਦੇ ਵਿੱਚ ਉਸ ਦੀ ਜਿਹੜੀ ਹੈ ਸਿਹਤ ਦਾ ਵੀ ਪਤਾ ਲੱਗ ਜਾਂਦਾ, ਉਹਦਾ ਰੰਗ ਦਾ, ਉਹਦੇ ਵਾਲਾਂ ਦਾ ਕਲਰ ਦਾ। ਮਤਲਬ ਇੱਕ ਉਹ ਕੋਡ ਹੁੰਦਾ ਇਨਸਾਨ ਦਾ, ਉਸ DNA ਦੇ ਵਿੱਚ ਉਹਦਾ ਉਹ ਕੋਡ ਹੈ। ਉਸ ਕੋਡ ਦੇ ਜ਼ਰੀਏ ਹਰ ਚੀਜ਼ ਪਤਾ ਲੱਗ ਜਾਂਦੀ। ਇੱਥੋਂ ਤੱਕ ਤਾਂ ਗੱਲ ਠੀਕ ਹੈ। ਅੱਗਾ ਥੋੜ੍ਹੀ ਜਿਹੀ बढ़ाइए ਗੱਲ ਨੂੰ, ਤੇ ਇਹਨਾਂ ਚੀਜ਼ਾਂ ਨੂੰ ਜਿਸ ਟਾਈਮ ਇਹ ਚੀਜ਼ਾਂ ਹੋ ਗਈਆਂ, ਦਰਿਆਫਤ ਹੋ ਗਈਆਂ, ਤੇ ਉਸ ਤੋਂ ਬਾਅਦ ਜਿਹੜਾ ਸੀ ਇਨਸਾਨ ਕਲੋਨਿੰਗ ਦੇ ਅਮਲ ਦੀ ਤਰਫ ਚਲਾ ਗਿਆ। ਕਲੋਨਿੰਗ ਕੀ ਹੁੰਦਾ? ਕਲੋਨਿੰਗ ਇੱਕ ਜਾਨਦਾਰ ਦੀ ਹੂ ਬਹੂ ਵੈਸੇ ਹੀ ਕਾਪੀ ਬਣਾਉਣ ਦੇ ਜਿਹੜਾ ਅਮਲ ਹੈ ਉਸ ਨੂੰ ਕਲੋਨਿੰਗ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਲਾਇਕਾ ਕੁੱਤੀਆ ਪੈਦਾ ਕੀਤੀ ਗਈ ਕਿ ਜਿਹੜੀ ਬਿਲਕੁਲ ਜਿਹੜੀ ਸੀ ਆਪਣੀ ਮਾਂ ਦੀ ਸ਼ਕਲ ਤੋਂ ਸੀ, ਜਾਂ ਉਹਦੇ ਬਾਪ ਤੋਂ DNA, ਮਤਲਬ ਉਹਦਾ ਸਿਰਫ ਕੋਡ ਲਿਆ ਗਿਆ ਕਿ ਇਹਦੇ ਵਿੱਚ ਜਿਹੜੇ 3 ਅਰਬ ਨਿਊਕਲਿਕ ਐਸਿਡ ਨੇ, ਜਿਹੜੇ ਤੇਜ਼ਾਬੀ ਮਾਦੇ ਨੇ, ਉਹ ਕਿਸ ਮਿਕਦਾਰ ਵਿੱਚ ਹਨ। ਉਤਨੀ ਚੀਜ਼ਾਂ ਜਿਹੜੀ ਹੈ ਟੈਸਟ ਟਿਊਬ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈਆਂ, ਤੇ ਉਸੇ ਨਸਲ ਦਾ, ਉਸੇ ਸ਼ਕਲ ਦੀ ਉਹ ਕੁੱਤੀਆ ਤਿਆਰ ਹੋ ਗਈ। ਫਿਰ ਇਸੇ ਤਰ੍ਹਾਂ ਇਨਸਾਨ 'ਤੇ ਅਮਲ ਕੀਤਾ ਗਿਆ, ਔਰ ਫਿਰ ਇੱਕ ਬੱਚੀ ਪੈਦਾ ਕੀਤੀ ਗਈ, ਜਿਹੜੀ ਕਿ ਹੁਣ ਤੱਕ ਮੇਰੇ ਖਿਆਲ 10-12 ਸਾਲ ਦੀ ਹੋਏਗੀ। ਅਗਰ ਉਹ ਜ਼ਿੰਦਾ ਹੈ ਤਾਂ ਮੈਨੂੰ ਇਸ ਦਾ ਇਲਮ ਨਹੀਂ, ਲੇਕਿਨ ਉਸਦਾ ਨਾਮ ਹਵਾ ਰੱਖਿਆ ਗਿਆ। ਔਰ ਸਾਇੰਸ ਨੇ ਦਾਅਵਾ ਕੀਤਾ ਸੀ ਕਿ ਜਿਹੜੀ ਮਜ਼ਹਬ ਕਹਿੰਦਾ ਹੈ ਕਿ ਅੰਮਾ ਹਵਾ ਔਰ ਹਜ਼ਰਤ ਆਦਮ ਤੋਂ ਸਾਡੀ ਪੈਦਾਇਸ਼ ਹੈ, ਜਿਹੜੀ ਹੈ ਵੀ ਸਹੀ। ਉਹਦੀ ਤਾਰੀਖ ਉੱਥੋਂ ਤੱਕ ਜਾਂਦੇ ਜਾਂਦੇ ਖਾਮੋਸ਼ ਹੋ ਜਾਂਦੀ ਹੈ, ਲੇਕਿਨ ਜਿਹੜੀ ਸਾਇੰਸੀ ਹਵਾ ਹੋਏਗੀ ਇਸ ਦੀ ਤਾਰੀਖ ਸਾਰਿਆਂ ਨੂੰ ਪਤਾ ਹੋਏਗੀ, ਜਿਹੜੀ ਇਸ ਤੋਂ। ਲੇਕਿਨ ਬਾਅਦ ਅਸਾਂ ਪਹਿਲੇ ਮੁਸਲਿਮ ਕੰਟਰੀਜ਼ ਨੇ, ਬਾਅਦ ਵਿੱਚ ਅਮਰੀਕਾ ਪੂਰੇ ਨੇ, ਸੈਂਟਰਲ ਏਸ਼ੀਆ ਨੇ, ਯੂਰਪ ਨੇ ਔਰ ਅਫਰੀਕਾ ਨੇ, ਤਕਰੀਬਨ ਤਮਾਮ ਨੇ ਇਸ ਨੂੰ ਕਲੋਨਿੰਗ ਦੇ ਅਮਲ ਨੂੰ ਨਾਜਾਇਜ਼ ਕਰਾਰ ਦੇ ਦਿੱਤਾ, ਕਿਉਂਕਿ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਸੀ। ਲੇਕਿਨ ਬਹੁਤ ਅਰਸੇ ਬਾਅਦ ਹੁਣ ਦੁਬਾਰਾ ਫਿਰ ਇਨਸਾਨੀ ਜਿਹੜਾ ਹਿਊਮਨ ਜੀਨੋਮ ਜਿਹੜਾ ਹੈ ਉਸ ਦਾ ਨਵਾਂ ਪ੍ਰੋਜੈਕਟ ਸ਼ੁਰੂ ਹੋ ਗਿਆ, ਜਿਸ ਦਾ ਨਾਮ ਹੈ ਹਿਊਮਨ ਜੀਨੋਮ 2.0। ਇਹਦੇ ਤਹਿਤ ਨਏ DNA ਬਣਾਉਣ ਵਾਸਤੇ ਇੱਕ ਖਿਆਰਾਤੀ ਇਦਾਰੇ ਨੇ ਲੰਡਨ ਦੇ ਵਿੱਚ ਕਰੋੜੋਂ ਪਾਉਂਡ ਦੀ ਜਿਹੜੀ ਹੈ ਇਮਦਾਦ ਵੀ ਦਿੱਤੀ ਹੈ। ਔਰ ਉਹਨਾਂ ਦਾ ਦਾਅਵਾ ਹੈ ਕਿ ਅਸੀਂ ਇਸ ਦੇ ਜ਼ਰੀਏ ਬਿਮਾਰੀਆਂ 'ਤੇ ਕਾਬੂ ਪਾ ਲਾਂਗੇ, ਅਸੀਂ ਇਹਦੇ ਜ਼ਰੀਏ ਜਿਹੜਾ ਹੈ ਇਨਸਾਨ ਦੀ ਉਮਰ ਦੇ ਵਿੱਚ ਇਜ਼ਾਫਾ ਕਰ ਦੇਣਗੇ। ਲੇਕਿਨ ਜਿਹੜੇ ਨਾਕਦੀਨ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਅਗਰ ਕਿਸੇ ਸਾਇੰਸਦਾਨ ਦਾ ਕਰਪਸ਼ਨ ਦੀ ਤਰਫ ਖਿਆਲ ਆ ਗਿਆ, ਅਗਰ ਉਹ ਆਪਣੇ ਜਿਹੜਾ ਹਲਫ ਤੋਂ ਥੋੜ੍ਹਾ ਜਿਹਾ ਰੂਹ ਗਿਰਦਾਨੀ ਕਰ ਗਿਆ, ਤੇ ਉਹ ਇਸ ਦਾ ਗਲਤ ਇਸਤੇਮਾਲ ਵੀ ਕਰ ਸਕਦਾ ਹੈ। ਕੋਈ ਐਸੀ ਨਸਲ ਪੈਦਾ ਕਰ ਸਕਦਾ ਹੈ ਉਹਦੇ ਵਿੱਚ ਤਬਦੀਲੀ ਕਰਕੇ, ਜਿਹੜੀ ਇਨਸਾਨਾਂ ਤੋਂ ਬਹੁਤ ਜ਼ਿਆਦਾ ਜਿਹੜੀ ਤਾਕਤਵਰ ਹੋਏਗੀ, ਜਾਂ ਫਿਰ ਇਨਸਾਨਾਂ ਦੀ ਹੀ ਇੱਕ ਹੀ ਸ਼ਕਲ ਦੀ ਬਹੁਤ ਸਾਰੀ ਕਾਪੀਆਂ ਬਣਾ ਕੇ ਜਰਾਇਮ ਦਾ ਰਾਸਤਾ ਖੋਲ੍ਹ ਸਕਦਾ ਹੈ। ਲੇਕਿਨ ਇਹ ਉਹਨਾਂ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਅਸੀਂ ਸਿਹਤ ਦੇ ਮਸਾਇਲ ਹੱਲ ਕਰ ਲਾਂਗੇ। ਸੋ ਦੋਨੋਂ ਤਰਫ ਤੋਂ ਆਪਣੀ ਦਲੀਲਾਂ ਮੌਜੂਦ ਨੇ, ਦੋਨੋਂ ਤਰਫ ਦੀਆਂ ਆਪਣੇ ਦਲਾਇਲ ਨੇ, ਆਪਣੇ ਉਹਨਾਂ ਦੇ ਕੋਲ ਆਰਗੂਮੈਂਟਸ ਨੇ। ਲੇਕਿਨ ਜੋ ਵੀ ਹੈ ਕੰਮ ਸ਼ੁਰੂ ਹੋ ਗਿਆ। ਜਿਹੜਾ ਹਿਊਮਨ ਜੀਨੋਮ ਯਾਨੀ ਕਿ ਇਨਸਾਨ ਦਾ ਜਿਹੜਾ ਉਹ DNA, ਉਸ ਨੂੰ ਕਾਪੀ ਬਣਾਉਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਇਹ ਸਾਡੇ ਨਵੇਂ ਜਿਹੜੇ ਨੌਜਵਾਨ ਨੇ, ਜਿਹੜੇ ਸਾਇੰਸ ਦੇ ਤਾਲਿਬ ਇਲਮ ਨੇ, ਉਹਨਾਂ ਨੂੰ ਇਸ ਬਾਰੇ ਦੇ ਵਿੱਚ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਔਰ ਦੂਸਰਾ ਇਹ ਇਨਸਾਨੀ ਜਿਹੜਾ ਜੀਨੋਮ ਪ੍ਰੋਜੈਕਟ 2.0 ਹੈ, ਇਸ ਦਾ ਜ਼ਰੂਰ ਮੁਤਾਲਾ ਕਰਨਾ ਚਾਹੀਦਾ ਹੈ। ਇਸ ਨੂੰ ਪੜ੍ਹਨਾ ਚਾਹੀਦਾ ਹੈ, ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਇਸ ਵਕਤ ਕੀ ਹੋ ਰਿਹਾ। ਸਿਰਫ ਸਿਆਸਤਦਾਨਾਂ ਦੇ ਪਿੱਛੇ ਜਿਹੜਾ ਹੈ ਉਹਨਾਂ ਦੇ ਬਿਆਨਾਤ ਨੂੰ ਲੈ ਕੇ ਉਸ 'ਤੇ ਬਹਿਸ ਮੁਬਾਸਾ ਨਹੀਂ ਕਰਨਾ ਚਾਹੀਦਾ, ਬਲਕਿ ਥੋੜ੍ਹਾ ਜਿਹਾ ਆਪਣੇ ਇਲਮ ਨੂੰ ਵੀ बढ़ाना ਚਾਹੀਦਾ ਹੈ। ਔਰ ਮੈਂ ਆਖਰੀ ਗੱਲ ਤੁਹਾਨੂੰ ਕਰਦੇ ਹਾਂ, ਜਿਹਦੇ ਕੋਲ ਜਿਤਨੀ ਇਨਫੋਰਮੇਸ਼ਨ ਹੈ ਉਹ ਉਤਨਾ ਹੀ ਬੜਾ ਆਦਮੀ ਹੈ, ਪੈਸੇ ਨਾਲ ਬੜਾ ਛੋਟਾ ਨਹੀਂ ਹੁੰਦਾ।